ਗੁੱਡ ਮਾਰਨਿੰਗ ਆਲ ਆਫ ਯੂ। ਅੱਜ ਅਸੀਂ ਪੰਜਾਬੀ ਦਾ ਥਰਡ ਟੌਪਿਕ ਵਰਨ ਜਾਂ ਅੱਖਰ ਬੋਧ ਸਟਾਰਟ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲੀਆਂ ਕਲਾਸਾਂ ਦੇ ਵਿੱਚ ਅਸੀਂ ਭਾਸ਼ਾ ਜਾਂ ਬੋਲੀ ਬਾਰੇ ਪੜ੍ਹਿਆ ਸੀ। ਸੋ ਜੋ ਸਾਡੀ ਬੋਲੀ ਹੈ ਉਹਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵੀ ਕੁਝ ਚਿੰਨ੍ਹਾਂ ਦੀ ਵਰਤੋਂ ਕਰਨੀ ਪੈਂਦੀ ਹੈ, ਕਿਉਂਕਿ ਜੇ ਅਸੀਂ ਇਹ ਚਿੰਨ੍ਹਾਂ ਦੀ ਵਰਤੋਂ ਨਾ ਕਰਦੇ ਤਾਂ ਸਾਡੇ ਤੱਕ ਸਾਡਾ ਪੁਰਾਤਨ ਇਤਿਹਾਸ, ਜੋ ਪੁਰਾਤਨ ਕਥਾਵਾਂ ਨੇ, ਰਮਾਇਣ ਮਹਾਭਾਰਤ ਵੇਦ ਗ੍ਰੰਥ, ਉਹ ਸਾਡੇ ਤੱਕ ਕਿੱਦਾਂ ਪਹੁੰਚਦੇ, ਕਿਉਂਕਿ ਸਾਡੇ ਕੋਲ ਹੁਣ ਉਸ ਸਮੇਂ ਦੇ ਲੋਕ ਤਾਂ ਮੌਜੂਦ ਨਹੀਂ ਜੋ ਸਾਨੂੰ ਬੋਲ ਕੇ ਦੱਸ ਸਕਣ ਕਿ ਉਸ ਸਮੇਂ ਕਿਹੋ ਜਿਹੀਆਂ ਘਟਨਾਵਾਂ ਵਾਪਰੀਆਂ। ਸੋ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਗਿਆ ਤਾਂ ਹੀ ਉਹ ਸਾਡੇ ਤੱਕ ਪਹੁੰਚੀਆਂ। ਸੋ ਕੀ ਹੈ, ਕਿਸੇ ਵੀ ਭਾਸ਼ਾ ਨੂੰ ਜਦੋਂ ਅਸੀਂ ਲਿਖਤੀ ਰੂਪ ਦੇਣਾ ਹੁੰਦਾ ਹੈ ਤਾਂ ਉਸ ਦੇ ਕਈ ਚਿੰਨ੍ਹ ਹੁੰਦੇ ਹਨ ਜਿਨ੍ਹਾਂ ਰਾਹੀਂ ਉਸ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ। ਸੋ ਵਰਨ ਜਾਂ ਅੱਖਰ ਬੋਧ ਦੀ ਪਰਿਭਾਸ਼ਾ ਇਹ ਹੈ ਕਿ ਕਿਸੇ ਵੀ ਭਾਸ਼ਾ ਦੇ ਸ਼ਬਦ ਜੋ ਅਸੀਂ ਮੂੰਹੋਂ ਬੋਲਦੇ ਹਾਂ ਉਹਨਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਵਰਨ ਜਾਂ ਅੱਖਰ। ਠੀਕ ਹੈ ਜੀ। ਇਸ ਤੋਂ ਅੱਗੇ ਹੈ ਲਿਪੀ। ਹੁਣ ਸਾਨੂੰ ਪਤਾ ਹੀ ਹੈ ਕਿ ਹਰੇਕ ਭਾਸ਼ਾ ਦੀ ਵੱਖਰੀ ਵੱਖਰੀ ਲਿਪੀ ਹੁੰਦੀ ਹੈ, ਕਿਉਂਕਿ ਹਰੇਕ ਭਾਸ਼ਾ ਨੂੰ ਲਿਖਣ ਲਈ ਵੱਖਰੇ ਵੱਖਰੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਲਿਪੀ ਦੀ ਲੋੜ ਪੈਂਦੀ ਹੈ। ਹਰੇਕ ਭਾਸ਼ਾ ਦੀ ਲਿਪੀ ਕੀ ਹੈ? ਵੱਖਰੀ ਵੱਖਰੀ ਹੈ। ਜਿਵੇਂ ਪੰਜਾਬੀ ਦੀ ਕਿਹੜੀ ਲਿਪੀ ਹੈ ਜੀ? ਗੁਰਮੁਖੀ। ਹਿੰਦੀ ਦੀ ਕਿਹੜੀ ਹੈ ਜੀ? ਦੇਵਨਾਗਰੀ। ਅੰਗਰੇਜ਼ੀ ਦੀ ਰੋਮਨ ਤੇ ਉਰਦੂ ਦੀ ਕਿਹੜੀ ਹੈ ਜੀ? ਫਾਰਸੀ। ਸੋ ਇਸ ਤੋਂ ਅੱਗੇ ਅਸੀਂ ਪੜਾਂਗੇ ਜੀ ਵਰਨਮਾਲਾ ਬਾਰੇ। ਵਰਨਮਾਲਾ ਜੀ ਕਿਸੇ ਵੀ ਭਾਸ਼ਾ ਦੇ ਅੱਖਰਾਂ ਨੂੰ ਇੱਕ ਖਾਸ ਤਰਤੀਬ ਵਿੱਚ ਲਿਖਣ ਨੂੰ ਕੀ ਕਹਿੰਦੇ ਆ ਜੀ? ਵਰਨਮਾਲਾ। ਕਿਸੇ ਵੀ ਭਾਸ਼ਾ ਦੇ ਜਿਹੜੇ ਅੱਖਰ ਨੇ ਉਹਨਾਂ ਨੂੰ ਜਦੋਂ ਅਸੀਂ ਖਾਸ ਤਰਤੀਬ ਵਿੱਚ ਲਿਖਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਜੀ? ਵਰਨਮਾਲਾ। ਠੀਕ ਹੈ ਜੀ। ਤੇ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਹੈ ਗੁਰਮੁਖੀ। ਤੇ ਉਸ ਤੋਂ ਬਾਅਦ ਊੜੇ ਤੋਂ ਲੈ ਕੇ ਰਾੜੇ ਤੱਕ 35 ਅੱਖਰ ਨੇ ਜੀ। ਪਰੰਤੂ ਕੁਝ ਸ਼ਬਦ ਉਰਦੂ ਤੇ ਫਾਰਸੀ ਦੇ ਆ ਗਏ ਸਨ ਜਿਨ੍ਹਾਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਅਸੀਂ 6 ਸ਼ਬਦ 6 ਅੱਖਰ ਹੋਰ ਇਹਦੇ ਵਿੱਚ ਐਡ ਕਰ ਲਏ। ਸੱਸਾ, ਗੱਗਾ, ਜੱਜਾ, ਫੱਫਾ ਤੇ ਲੱਲਾ। ਇਹਦੇ ਪੈਰ 'ਚ ਬਿੰਦੀ ਪਾ ਕੇ ਅਸੀਂ ਉਰਦੂ ਤੇ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰ ਸਕੇ। ਸੋ ਇਹਦੇ ਵਿੱਚ ਕੀ ਹੈ ਜੀ? ਇਹਨਾਂ ਦੇ ਅੱਖਰ ਹੋ ਗਏ 41। ਗੁਰਮੁਖੀ ਲਿਪੀ ਦੇ ਜਿਹੜੇ 6 ਅੱਖਰ ਨਵੇਂ ਐਡ ਹੋਣ ਨਾਲ ਇਹਨਾਂ ਦੀ ਕੁੱਲ ਗਿਣਤੀ ਬਣ ਗਈ ਜੀ 41। ਤੇ ਇਹਨਾਂ ਨੂੰ ਅੱਗੇ 8 ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਵਿੱਚੋਂ ਪਹਿਲਾ ਵਰਗ ਹੈ ਮੁੱਖ ਵਰਗ, ਜਿਹਦੇ ਵਿੱਚ ਊੜਾ ਆੜਾ ਈੜੀ ਸੱਸਾ ਤੇ ਹਾਹਾ ਆਉਂਦਾ ਹੈ। ਇਸ ਤੋਂ ਅਗਲਾ ਵਰਗ ਹੈ ਕਵਰਗ, ਜਿਹਦੇ ਵਿੱਚ ਕੱਕਾ ਖੱਖਾ ਗੱਗਾ ਘੱਗਾ ਤੇ ਅਈਆਂ ਆਉਂਦਾ ਹੈ। ਅਗਲਾ ਹੈ ਚਵਰਗ, ਚੱਚਾ ਛੱਛਾ ਜੱਜਾ ਝੱਜਾ ਤੇ ਆਂਗਾ ਆਉਂਦਾ ਹੈ। ਅਗਲਾ ਵਰਗ ਹੈ ਟਵਰਗ, ਟੈਂਕਾ ਠੱਠਾ ਡੱਡਾ ਢੱਡਾ ਤੇ ਨਾਣਾ ਆਉਂਦਾ ਹੈ। ਅਗਲਾ ਵਰਗ ਹੈ ਜੀ ਤੱਤਾ ਥੱਥਾ ਦੱਦਾ ਧੱਦਾ ਨੰਨਾ, ਤਵਰਗ ਵਰਗ ਚ ਆਉਂਦੇ ਨੇ ਇਹ ਜੀ। ਇਸ ਤੋਂ ਅੱਗੇ ਹੈ ਪਵਰਗ, ਪੱਪਾ ਫੱਫਾ ਬੱਬਾ ਭੱਬਾ ਤੇ ਮੰਮਾ ਆਉਂਦਾ ਹੈ ਇਹਦੇ ਵਿੱਚ। ਅੰਤਿਮ ਵਰਗ ਦੇ ਵਿੱਚ ਜਈਆ ਰਾਰਾ ਲੱਲਾ ਵਾਵਾ ਤੇ ਰਾੜਾ ਆਉਂਦਾ ਹੈ। ਇਸ ਤੋਂ ਅੱਗੇ ਆ ਜਾਂਦਾ ਹੈ ਨਵੀਨ ਵਰਗ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਉਰਦੂ ਫਾਰਸੀ ਧੁਨੀ ਨੂੰ ਅੰਕਿਤ ਕਰ ਲਈ ਉਹਨਾਂ ਦੇ ਪੈਰ 'ਚ ਬਿੰਦੀ ਲਗਾ ਕੇ ਇਹ ਨਵੀਨ ਵਰਗ ਬਣਾਇਆ ਗਿਆ। ਨਵੀਨ ਵਰਗ ਦੇ ਵਿੱਚ ਆਉਂਦਾ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਉਸ ਤੋਂ ਅੱਗੇ ਨੇ ਜੀ ਅੱਖਰਾਂ ਦੀਆਂ ਕਿਸਮਾਂ। ਅੱਖਰਾਂ ਦੀਆਂ 2 ਕਿਸਮਾਂ ਨੇ ਜੀ। ਸਵਰ, ਜਿਹੜੇ ਅੱਖਰ ਹੋਰ ਕਿਸੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਣ। ਹੋਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਕਿਵੇਂ? ਜਿਵੇਂ ਊੜਾ ਆੜਾ, ਇਹਨਾਂ ਨੂੰ ਕਿਸੇ ਅੱਖਰ ਦੀ ਸਹਾਇਤਾ ਦੀ ਲੋੜ ਨਹੀਂ, ਕਿਸੇ ਹੋਰ ਸਾਊਂਡ ਦੀ ਲੋੜ ਨਹੀਂ। ਬੇਰੋਕ ਮੂੰਹ ਚੋਂ ਆਵਾਜ਼ ਆਉਂਦੀ ਹੈ ਜੀ, ਬਿਨਾਂ ਕਿਸੇ ਰੁਕਾਵਟ ਦੇ ਸਾਡੇ ਮੂੰਹ ਚੋਂ ਆਵਾਜ਼ ਨਿਕਲਦੀ ਆ। ਊੜਾ ਆੜਾ ਤੇ ਈੜੀ, ਇਹ ਤਿੰਨੇ ਅੱਖਰ ਸਵਰ ਨੇ ਜੀ। ਹੁਣ ਆ ਗਏ ਜੀ ਵਿਅੰਜਨ। ਵਿਅੰਜਨ ਜਿਹੜੇ ਅੱਖਰ ਕਿਸੇ ਹੋਰ ਅੱਖਰ ਦੀ ਸਹਾਇਤਾ ਨਾਲ ਬੋਲੇ ਜਾਂਦੇ ਹਨ। ਹੁਣ ਇੱਥੇ ਸਮਝਣ ਵਾਲੀ ਗੱਲ ਹੈ, ਹੋਰ ਅੱਖਰ ਦੀ ਸਹਾਇਤਾ ਨਾਲ ਕਿੱਦਾਂ? ਜਿਵੇਂ ਸੱਸਾ, ਸੱਸਾ ਸਾਊਂਡ ਆਉਂਦੀ ਹੈ ਸੱਸੇ ਦੇ ਪਿੱਛੇ ਆੜੇ ਦੀ। ਹਾਹਾ, ਹਾਹੇ ਦੇ ਨਾਲ ਆੜੇ ਦੀ ਸਾਊਂਡ ਆਉਂਦੀ। ਸੋ ਇਹ ਹੋਰ ਅੱਖਰਾਂ ਦੀ ਸਹਾਇਤਾ ਨਾਲ ਬੋਲੇ ਜਾਂਦੇ ਨੇ ਤੇ ਬੋਲਣ ਸਮੇਂ ਕੁਝ ਨਾ ਕੁਝ ਰੁਕਾਵਟ ਪੈਦਾ ਹੁੰਦੀ ਹੈ ਸਾਡੇ ਸਾਹ 'ਚ, ਤੇ ਇਹਨੂੰ ਬੋਲਣ ਵੇਲੇ ਜੀਭ ਦੰਦਾਂ ਦੇ ਅੰਦਰਲੇ ਹਿੱਸੇ ਦੇ ਕਦੇ ਤਾਲੂ ਨਾਲ ਟਕਰਾਉਂਦੀ ਹੈ। ਠੀਕ ਹੈ ਜੀ। ਤੇ ਸੱਸੇ ਤੋਂ ਲੈ ਕੇ ਰਾੜੇ ਤੱਕ ਸਾਰੇ ਹੀ ਅੱਖਰ ਵਿਅੰਜਨ ਹਨ। ਠੀਕ ਹੈ ਜੀ। ਵਿਅੰਜਨਾਂ ਦੀਆਂ ਵੀ ਅੱਗੇ 2 ਕਿਸਮਾਂ ਨੇ ਜੀ। ਅਨੁਨਾਸਿਕੀ ਅੱਖਰ, ਦੁੱਤ ਅੱਖਰ। ਅਨੁਨਾਸਿਕੀ ਅੱਖਰ ਜਾਂ ਨਾਸਿਕੀ ਅੱਖਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ। ਜਿਨ੍ਹਾਂ ਅੱਖਰਾਂ ਦਾ ਉਚਾਰਨ ਮੂੰਹ ਦੇ ਨਾਲ ਨਾਲ ਨੱਕ ਰਾਹੀਂ ਹੋਵੇ ਉਹਨਾਂ ਨੂੰ ਨਾਸਿਕੀ ਅੱਖਰ ਆਖਦੇ ਹਨ। ਠੀਕ ਹੈ ਜੀ। ਮੂੰਹ ਦੇ ਨਾਲ ਨਾਲ ਨੱਕ ਰਾਹੀਂ ਆਵਾਜ਼ ਆਉਂਦੀ ਹੈ, ਜਿਹਦੇ ਵਿੱਚ ਜਿਵੇਂ ਇਹ 5 ਨੇ ਜੀ। ਅਈਆਂ, ਆਂਗਾ, ਨਾਣਾ, ਨੰਨਾ ਤੇ ਮੰਮਾ, ਇਹ ਨੱਕ ਰਾਹੀਂ ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਜੀ? ਅਨੁਨਾਸਿਕੀ ਅੱਖਰ। ਅੱਗੇ ਆ ਗਏ ਜੀ ਦੁੱਤ ਅੱਖਰ, ਇਹਦੀ ਦੂਜੀ ਕਿਸਮ ਹੈ। ਕੁਝ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਲਈ ਇੱਕ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਲਾਇਆ ਜਾਂਦਾ ਹੈ। ਅਸੀਂ ਦੇਖਦੇ ਹਾਂ ਜੀ ਕਈ ਵਾਰੀ ਅੱਧਾ ਅੱਖਰ ਪਾਇਆ ਜਾਂਦਾ ਪੂਰੇ ਅੱਖਰ ਦੇ ਪੈਰ ਵਿੱਚ। ਉਹ ਕੀ ਹੈ ਜੀ? ਉਹ ਸਹੀ ਰੂਪ ਵਿੱਚ ਪ੍ਰਗਟ ਕਰਨ ਲਈ ਪਾਇਆ ਜਾਂਦਾ ਕਿਸੇ ਵੀ ਧੁਨੀ ਨੂੰ। ਠੀਕ ਹੈ ਜੀ। ਇਹਨਾਂ ਅੱਖਰਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ, ਜਿਹੜੇ ਉਹ ਪੈਰਾਂ 'ਚ ਪੈਂਦੇ ਨੇ ਜੀ, ਉਹਨਾਂ ਅੱਖਰਾਂ ਨੂੰ ਕਿਹੜਾ ਅੱਖਰ ਕਿਹਾ ਜਾਂਦਾ? ਦੁੱਤ ਅੱਖਰ। ਇਹ ਕਿੰਨੇ ਨੇ ਜੀ? 3।
ਹਾਹਾ, ਰਾਰਾ ਤੇ ਵਾਵਾ ਇਹ ਤਿੰਨੇ ਦੁੱਤ ਅੱਖਰ ਨੇ ਜੀ। ਜਿਵੇਂ ਇਹਨਾਂ ਦੀ ਵਰਤੋਂ ਬਾਰੇ ਦੱਸਦੇ ਹਾਂ ਜੀ। ਜਦੋਂ ਅਸੀਂ ਹਾਹੇ ਦੀ ਵਰਤੋਂ ਕਰਦੇ ਹਾਂ ਤਾਂ ਖੁੱਲ ਇਦਾਂ ਲਿਖਿਆ ਜਾਂਦਾ ਜੀ, ਲੱਲੇ ਦੇ ਪੈਰ 'ਚ ਹਾਹਾ ਪੈਂਦੇ। ਪੜ ਲਿਖਣ ਸਮੇਂ ਅਸੀਂ ਪੱਪਾ ਡਾੜਾ ਪੈਰ 'ਚ ਹਾਹਾ ਚੜ, ਚੱਚਾ ਡਾੜਾ ਪੈਰ 'ਚ ਹਾਹਾ ਪਾਉਣਾ ਜੀ। ਇਦਾਂ ਹੀ ਅਸੀਂ ਰਾਰੇ ਦੀ ਵਰਤੋਂ, ਜਿਹੜਾ ਰਾਰਾ ਦੁੱਤ ਅੱਖਰ ਹੈ, ਪ੍ਰੀਤ ਲਿਖਣ ਸਮੇਂ ਪੈਰ 'ਚ ਰਾਰਾ ਪਾਉਣਾ, ਪ੍ਰਭੂ ਲਿਖਣ ਸਮੇਂ ਪੈਰ 'ਚ ਰਾਰਾ ਪਾਉਣਾ। ਇਦਾਂ ਹੀ ਬਾਵੇ ਦੀ ਵਰਤੋਂ, ਸਵੈਮਾਨ ਲਿਖਣ ਸਮੇਂ ਸਵੈਮਾਨ ਬਾਵਾ ਪੈਰ 'ਚ ਪਾਉਣੇ ਜੀ। ਸਵਰ ਲਿਖਣ ਸਮੇਂ ਵੀ ਕਈ ਵਾਰ ਅਸੀਂ ਬਾਵਾ ਪੈਰ 'ਚ ਪਾ ਦਿੰਦੇ ਹਾਂ। ਸੋ ਅੱਜ ਦੀ ਕਲਾਸ ਸਾਡੀ ਇੱਥੇ ਹੀ ਖਤਮ ਹੁੰਦੀ ਹੈ। ਥੈਂਕ ਯੂ। Thanks for watching and don't forget to subscribe our channel. Thanks for